ਸੋ ਬ੍ਰੇਕ ਤੋਂ ਪਹਿਲਾਂ ਜੀ ਸਤਵਿੰਦਰਪਾਲ ਸਿੰਘ ਜੰਗੀ ਜੀ ਨੇ ਜਿਹੜੇ ਕਿ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਕੁਝ ਪੁਆਇੰਟਸ ਰੇਜ਼ ਕੀਤੇ ਗਏ ਸੀ, ਉਹਨਾਂ ਦਾ ਸਪਸ਼ਟੀਕਰਨ ਦਿੱਤਾ ਕਿ ਉਹ ਕੀ ਮਹਿਸੂਸ ਕਰਦੇ ਨੇ, ਅਸਲ ਵਿੱਚ ਮਕਸਦ ਕੀ ਸੀ। ਔਰ ਇसी ਵਿਸ਼ੇ ਨੂੰ ਅੱਗੇ ਚਲਾਉਂਦੇ ਆ ਤੇ ਮੇਰੇ ਨਾਲ ਸਾਥ ਦੇਣਗੇ ਅਮਰਜੀਤ ਸਿੰਘ ਖੋਸਾ ਜੀ, ਜਿਹੜੇ ਕਿ ਉਹ ਵੀ ਕੁਝ ਪੁਆਇੰਟਸ ਨੂੰ ਰੇਜ਼ ਕਰਨਾ ਚਾਹੁੰਦੇ ਨੇ, ਜਿਹੜੇ ਕਿ ਉਹ ਸਮਝਦੇ ਨੇ ਕਿ ਸਹੀ ਤਰੀਕੇ ਨਾਲ ਉਹਨਾਂ ਦੀ ਇੰਟਰਪ੍ਰੀਟੇਸ਼ਨ ਕਰਕੇ ਤੁਹਾਡੇ ਤੱਕ ਨਹੀਂ ਪਹੁੰਚਾਈ ਗਈ। ਜੀ ਭਾਈ ਸਾਹਿਬ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਤਰ੍ਹਾਂ ਜੰਗੀ ਸਾਹਿਬ ਨੇ ਗੱਲ ਕੀਤੀ 41ਵੀਂ ਵਾਰ ਨੂੰ, ਤੁਸੀਂ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਅਸਲ ਵਿੱਚ ਮਕਸਦ ਇਹ ਸੀ, ਪਰ ਉਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਕਿਸੇ ਹੋਰ ਮੰਤਵ ਨਾਲ ਉਸ ਨੂੰ ਇੰਟਰਪ੍ਰੀਟ ਕਰਕੇ ਨਹੀਂ ਉਸ ਦੇ ਵਿੱਚ ਜਸਟੀਫਿਕੇਸ਼ਨ ਦਿੱਤੀ। ਹੋਰ ਤੁਸੀਂ ਕੀ ਸਮਝਦੇ ਹੋ, ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਉਹਦੇ ਵਿੱਚ ਕਿਹੜੇ ਉਹ ਪੁਆਇੰਟਸ ਨੇ ਜਿਹੜੇ ਤੁਸੀਂ ਸਮਝਦੇ ਹੋ ਜਿਨ੍ਹਾਂ ਦੇ ਉੱਤੇ ਕਿ ਚਾਨਣਾ ਪੈਣਾ ਚਾਹੀਦਾ ਤੇ ਆਮ ਜਨਤਾ ਜਿਹੜੀ ਉਸ ਨੂੰ ਸੋਚਣਾ ਚਾਹੀਦਾ? ਠੀਕ ਹੈ ਜੀ। ਪ੍ਰੋਫੈਸਰ ਦਰਸ਼ਨ ਸਿੰਘ ਵਾਲੀ ਇੰਟਰਵਿਊ ਦੇ ਵਿੱਚ ਜੀ ਉਹਨਾਂ ਨੇ ਇੱਕ ਤਾਂ ਵਾਰ 41ਵੀਂ ਜਿਹਦਾ ਕਿ ਜ਼ਿਕਰ ਅੱਗੇ ਪਹਿਲਾਂ ਸਤਵਿੰਦਰਪਾਲ ਸਿੰਘ ਜੀ ਨੇ ਕੀਤਾ, ਉਹਦੇ ਬਾਰੇ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ ਖਾਸ ਕਰਕੇ ਖਾਲਸਾ ਇਮੇਜ ਦੀ ਗੱਲ ਕੀਤੀ ਸੀ ਜੀ, ਕਿਉਂਕਿ ਜਿਹੜੀ ਵਾਰ 41ਵੀਂ ਦੀ ਸ਼ਬਦਾਵਲੀ ਹੈ ਉਹ ਕੋਈ ਆਮ ਸ਼ਬਦਾਵਲੀ ਨਹੀਂ, ਔਰ ਉਹਦੇ 'ਚ ਨਿਰਾਪੁਰਾ ਅਧਿਆਤਮਕਵਾਦ ਵੀ ਨਹੀਂ ਹੈ ਜੀ। ਉਹਦੀਆਂ ਕੁੱਲ 28 ਪੌੜੀਆਂ ਜਾਂ ਬੰਦ ਅਸੀਂ ਕਹਿ ਸਕਦੇ ਹਾਂ, ਠੀਕ, ਜਿਹੜੀਆਂ ਕਿ ਪਹਿਲੀਆਂ 8 ਜਿਹੜੇ ਬੰਦ ਹੈਗੇ ਆ 6-6 ਲਾਈਨਾਂ ਦੇ, ਉਹ ਗੁਰੂ ਸਾਹਿਬ ਦੀ, ਗੁਰੂ ਸੰਗਤ ਦੀ, ਸੰਗਤ ਖਾਲਸੇ ਦੀ, ਪਰਮਾਤਮਾ ਦੀ ਉਸਤਤ ਕੀਤੀ ਗਈ ਹੈ। ਠੀਕ। ਉਦੋਂ ਅਗਲੇ 6 ਬੰਦ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਕਤੀ, ਖਾਲਸਾ ਸਾਜਣਾ, ਤੇ ਉਦੋਂ ਦੇ ਜਿਹੜੇ ਖਾਸ ਕਰਕੇ ਪ੍ਰਤੀਕਰਮ ਸੀਗੇ ਜੋ ਹੋਣੇ ਸੀ ਉਸ ਸਮੇਂ ਦੇ ਹਾਲਾਤ ਦੇ ਮੁਤਾਬਕ ਉਹਨਾਂ ਨੇ ਕਲਮਬੰਦ ਕੀਤੇ ਆ, ਜਿਹਦੇ ਵਿੱਚ ਨਰੋਲ ਬਹਾਦਰੀ ਦਾ ਸੰਕਲਪ ਹੈਗਾ। ਤੇ ਜਦੋਂ ਬਹਾਦਰੀ ਦੀ ਵੀਰ ਰਸ ਦੀ ਗੱਲ ਆਉਣੀ ਹੈ ਤੇ ਉਹਦੀ ਸ਼ਬਦਾਵਲੀ ਜ਼ਰੂਰ ਕੜਾਕੇਦਾਰ ਹੋਊਗੀ, ਇਹਦਾ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ। ਔਰ ਜਿਹੜੇ ਅਖੀਰਲੇ 8 ਬੰਦ ਹੈਗੇ ਆ ਉਹਦੇ ਵਿੱਚ ਉਹਨਾਂ ਨੇ ਨਰੋਲ ਆਪਣੇ ਇੱਕ ਗੁਰਸਿੱਖ ਹੋਣ ਦੇ ਨਾਤੇ ਨਿੱਜੀ ਨਿਸਤਾਰੇ ਦੀ ਗੱਲ ਕੀਤੀ ਆ ਵੀ ਹੇ ਵਾਹਿਗੁਰੂ ਮੈਨੂੰ ਇਸ ਭਵ ਸਾਗਰ ਤੋਂ ਪਾਰ ਕਰ ਲਓ। ਠੀਕ। ਸਾਡਾ ਮਕਸਦ ਕਹਿਣ ਦਾ ਇੰਨਾ ਹੀ ਹੈ, ਉਹ ਵਾਰ ਕੋਈ ਇਸ ਤਰ੍ਹਾਂ ਦੀ ਵਾਰ ਨਹੀਂ ਗੀ ਜਦੋਂ ਇੰਨਾ ਡਰਿਆ ਜਾਵੇ, ਸਹਿਮਿਆ ਜਾਵੇ ਜਾਂ ਸਾਡਾ ਕੋਈ ਨੁਕਸਾਨ ਕਰੂਗੀ, ਇਹ ਬਿਲਕੁਲ ਨਹੀਂ ਗਾ। ਦੂਸਰੀ ਗੱਲ, ਉਹ ਭਾਈ ਗੁਰਦਾਸ ਜਿਹੜੇ ਦੂਸਰੇ ਆ, ਗੁਰਦਾਸ ਸਿੰਘ ਜੀ, ਉਹਨਾਂ ਨੇ ਇਕੱਲੀ ਇਹ ਵਾਰ ਹੀ ਨਹੀਂ ਲਿਖੀ, ਉਹਨਾਂ ਨੇ ਇੱਕ 12 ਮਾਹਾ ਵੀ ਲਿਖਿਆ ਜਿਹੜਾ ਕਿ ਸੁਰੱਖਿਅਤ ਮਿਲਦਾ ਲਾਇਬ੍ਰੇਰੀ 'ਚ ਪਿਆ ਅੰਮ੍ਰਿਤਸਰ। ਦੂਸਰਾ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਰਿਆਏ ਲਿਖੇ ਸੀ ਜਿਹੜੇ ਕਿ ਛਪ ਨਹੀਂ ਸਕੇ, ਪਰ ਉਹ ਖਰੜਾ ਉਹਨਾਂ ਦਾ ਮੌਜੂਦ ਹੈਗਾ। ਸੋ ਉਸ ਵਾਰ ਨੂੰ ਗੁਰੂ ਖਾਲਸਾ ਪੰਥ ਨੇ ਜਾਇਜ਼ ਸਮਝਦੇ ਹੋਏ, ਕਿਉਂਕਿ ਭਾਈ ਗੁਰਦਾਸ, ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੇ ਨਾਮ ਮਿਲਦੇ ਕਰਕੇ ਉਹ ਜ਼ਰੂਰੀ ਸੀ, ਉਹਨਾਂ ਦਾ ਜਿਹੜਾ ਪਿੱਛੇ ਸਿਧਾਂਤ ਆ ਉਹ ਮਿਲ ਰਹੇ ਕਰਕੇ ਉਹਦੇ ਨਾਲ ਐਡ ਕੀਤੀ ਹੈ। ਓਕੇ। ਹੁਣ ਨਾਲ ਉਹਨਾਂ ਨੇ ਇੱਕ ਹੋਰ ਵੀ ਗੱਲ ਕੀਤੀ ਜਿਹੜੀ ਬੜੀ ਮਹੱਤਵਪੂਰਨ ਹੈ, ਉਹਨਾਂ ਨੇ ਸਿੱਖ ਰਹਿਤ ਮਰਿਆਦਾ ਦਾ ਵੀ ਜ਼ਿਕਰ ਕੀਤਾ ਸੀ, ਜਿਹਦੇ ਵਿੱਚ ਕਿ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਜਿਹੜੀਆਂ ਹੁਣ ਮਰਿਆਦਾਵਾਂ ਆ ਰਹੀਆਂ ਨੇ ਉਹਨਾਂ ਵਿੱਚ ਵੀ ਕੁਝ ਅੰਤਰ ਦੀ ਗੱਲ ਕੀਤੀ ਸੀ। ਉਹਦੇ ਪ੍ਰਤੀ ਤੁਹਾਡਾ ਕੀ ਕਹਿਣਾ ਹੈਗਾ? ਜੋ ਉਹਨਾਂ ਨੇ ਅੰਤਰ, ਉਸ ਦਿਨ ਮੈਂ ਉਹ ਇੰਟਰਵਿਊ ਆਪ ਸੁਣੀ ਹੈ ਜੀ, ਉਹਨਾਂ ਨੇ ਕਿਹਾ ਦੇਖੋ ਜੀ ਜਿਹੜੀ ਪੰਜਾਬੀ ਵਾਲੀ ਹੈ ਸਾਡੀ ਰਹਿਤ ਮਰਿਆਦਾ, ਉਹਦੇ ਵਿੱਚ ਸਿਰਫ ਤੇ ਸਿਰਫ ਇੰਨਾ ਲਿਖਿਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ। ਮੇਰਾ ਖਿਆਲ ਹੈ ਇਹਨਾਂ ਲਿਖਣ ਦੇ ਨਾਲ ਹੀ ਸਾਰਾ ਕੁਝ ਕਲੀਅਰ ਹੋ ਜਾਂਦਾ ਹੈ। ਇਹ ਹਰ ਇੱਕ ਨੂੰ ਪਤਾ ਹੈ ਗੁਰੂ ਹਰਗੋਬਿੰਦ ਤੋਂ ਬਾਅਦ ਕਿਸੇ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ, ਉਹ ਜਾਂ ਤਾਂ ਇਤਿਹਾਸ ਹੈ ਜਾਂ ਗ੍ਰੰਥ ਆ ਸਾਡੇ ਕੋਲੇ, ਔਰ ਗ੍ਰੰਥ ਕਿਹੜਾ ਵੀ ਚੰਗੀ ਤਰ੍ਹਾਂ ਅਸੀਂ ਸਮਝਦੇ ਉਹ 10ਵਾਂ ਗ੍ਰੰਥ ਹੈ। ਸੋ ਇਸ ਕਰਕੇ ਜੋ ਪੰਜਾਬੀ ਤੇ ਅੰਗਰੇਜ਼ੀ ਵਾਲੀ ਦੇ ਵਿੱਚ ਫਰਕ ਕੀ ਉਹਨਾਂ ਨੇ ਲਿਖਿਆ, ਉੱਥੇ ਵੀ ਉਹਨਾਂ ਨੇ ਇਹੀ ਚੀਜ਼ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਹੈਮਜ਼ ਇੰਗਲਿਸ਼ ਦੇ ਵਿੱਚ ਕਰਕੇ ਉਹਨਾਂ ਨੇ ਲਿਖਤਾ। ਸੋ ਗੁਰੂ ਗੋਬਿੰਦ ਸਿੰਘ ਹੈਮਜ਼ ਔਰ 10 ਗੁਰੂ ਸਾਹਿਬਾਨ ਦੀ ਬਾਣੀ ਲਿਖਣ ਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਸਮਝਣਾ ਚਾਹੀਦਾ, ਤੇ ਨਾ ਫਰਕ ਹੈ। ਜੋ ਉਹਨਾਂ ਦੀਆਂ ਪ੍ਰਵਾਨਿਤ ਬਾਣੀਆਂ ਸਾਨੂੰ ਗਾਉਣ ਵਾਸਤੇ ਸਾਡੇ ਨਿਤਨੇਮ 'ਚ ਸਾਡੀ ਅਰਦਾਸ ਸ਼ਾਮਲ ਕੀਤੀਆਂ ਗਈਆਂ, ਸਾਨੂੰ ਉਹਨਾਂ ਨੂੰ ਪੜ੍ਹਨਾ ਚਾਹੀਦਾ, ਵਿਚਾਰਨਾ ਚਾਹੀਦਾ। ਹਾਲਾਂਕਿ ਸਾਡਾ ਤਾਂ ਇਹ ਧਾਰਨਾ ਬਣੀ ਹੈ ਜੇ ਕੋਈ ਬੰਦਾ ਨੇਕ ਨੀਤੀ ਨਾਲ 10ਵਾਂ ਗ੍ਰੰਥ ਸਾਰੇ ਦਾ ਸਾਰਾ ਵੀ ਪੜ੍ਹ ਲਵੇ ਤਾਂ ਉਹਦੀ ਕਾਇਆਕਲਪ ਹੋ ਸਕਦੀ ਹੈ, ਪਰ ਨਾ ਕਿ ਇਸ ਤਰ੍ਹਾਂ ਅਸੀਂ ਟੀਵੀ ਤੇ ਆ ਕੇ ਜਾਂ ਰੇਡੀਓ ਸਟੇਸ਼ਨਾਂ ਜਾ ਕੇ ਇੱਕ ਦੂਜੇ ਦੇ ਵਰਖਲਾਫ ਇਹਦਾ ਪ੍ਰਚਾਰ ਕਰੀਏ। ਪਰ ਸਾਹਿਬ, ਸਵਾਲ ਤਾਂ ਇਹ ਆਉਂਦਾ ਹੈ ਕਿ ਇਸ ਸਮੇਂ ਅੱਗੇ ਹੀ ਬੜੀਆਂ ਸਮੱਸਿਆਵਾਂ ਨੇ ਪੰਥ ਦੇ ਵਿੱਚ, ਹੋਰ ਸਮੱਸਿਆਵਾਂ ਆਉਣ ਦਾ ਕੋਈ ਮੈਂ ਨਹੀਂ ਸਮਝਦਾ ਕਿ ਕੋਈ ਬਣਦੀ ਹੈ, ਤੁਕ ਬਣਦੀ ਹੈ, ਕਿਉਂਕਿ ਆਲਰੇਡੀ ਇੰਨੇ ਡਿਫਰੈਂਸਿਸ ਹੋ ਸਕੇ ਨੇ। ਜਦ ਇੱਕ ਸਿਧਾਂਤਕ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਅਸੀਂ ਗੱਲ ਕਰਦੇ ਹਾਂ, ਜਿਹੜੇ ਵੀ ਪੱਖ ਹੈਗੇ ਨੇ ਹਰ ਇੱਕ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੁੰਦਾ ਹੈਗਾ।
ਹਰ ਇੱਕ ਕੋਈ ਦੀ ਜਿਹੜੀ ਸੋਚ ਹੈਗੀ ਉਹ ਇਹੀ ਹੈ ਕਿ ਗੁਰੂ ਹੀ ਸਾਡਾ ਗੁਰੂ ਗ੍ਰੰਥ ਸਾਹਿਬ ਹੈਗਾ ਹੈ। ਪਰ ਜਿਸ ਤਰੀਕੇ ਨਾਲ ਹੁਣ ਇਹ ਵੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕੀ ਫਰਕ ਪੈਂਦਾ ਹੈ ਜੇਕਰ ਉੱਥੇ ਜਾਂ ਕੋਈ ਫਰਕ ਨਹੀਂ ਹੈਗਾ ਕਿ ਗੁਰੂ ਗੋਬਿੰਦ ਸਿੰਘ ਹਿਮਸ ਉਹ ਲਿਖ ਦਿੱਤੇ ਗਏ ਨੇ, ਬਟ ਇੰਟੈਂਸ਼ਨ ਦੀ ਜਿੱਥੇ ਤੁਸੀਂ ਗੱਲ ਕਰਦੇ ਹੋ, ਹੁਣ ਇੰਟੈਂਸ਼ਨ ਨੂੰ ਮੈਜ਼ਰ ਕਰਨ ਵਾਸਤੇ ਕੋਈ ਸਾਡੇ ਕੋਲ ਕੋਈ ਤਰੀਕਾ ਹੈ ਨਹੀਂ ਹੈ। ਪਰ ਇਹ ਸਾਰੀਆਂ ਚੀਜ਼ਾਂ ਨਾਲ ਹੋਰ ਜਿਹੜੇ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਦੂਰ ਹੁੰਦੀ ਜਾ ਰਹੀ ਹੈ। ਬਜਾਏ ਕਿ ਅਸੀਂ ਗਲਵਕੜੀਆਂ ਪਾਉਂਦੇ, ਅਸੀਂ ਹੋਰ ਜਿਹੜਾ ਆਪਸ ਡਿਵੀਜ਼ਨਸ ਕ੍ਰੀਏਟ ਕਰਕੇ ਆਪਣੀ ਨਵੀਂ ਪਨੀਰੀ ਨੂੰ ਦੂਰ ਭੇਜ ਰਹੇ ਹਾਂ। ਉਹਦੇ ਵਾਸਤੇ ਤੁਸੀਂ ਕੀ ਸਮਝਦੇ ਹੋ ਕਿ ਕੀ ਕਰਨਾ ਦੀ ਲੋੜ ਹੈ? ਤੇ ਕੀ ਜਿਹੜਾ ਤੁਸੀਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਬਾਰੇ ਜਿਸ ਤਰ੍ਹਾਂ ਜੰਗੀ ਸਾਹਿਬ ਨੇ ਵੀ ਕਿਹਾ ਕਿ ਉਹ ਉਹਨਾਂ ਦੀ ਸੀਡੀਜ਼ ਵੰਡਦੇ ਰਹੇ ਨੇ, ਹੋਰ ਬੜਾ ਪ੍ਰਚਾਰ ਜਿਹੜਾ ਕਰਦੇ ਰਹੇ ਨੂੰ ਕਰਦੇ, ਪਰ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਅੱਜ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ? ਹਾਂਜੀ, ਇਹਦੇ ਵਾਸਤੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣੀ ਚਾਹੀਦੀ। ਜੋ ਸਿੱਖ ਧਰਮ ਹੈ ਜੀ, ਇਹਦੇ ਵਿੱਚ ਇਕੱਲੇ ਸੰਤ ਵਾਸਤੇ ਮੈਂ ਕਿਹਾ ਕੋਈ ਥਾਂ ਨਹੀਂ, ਠੀਕ, ਤੇ ਇਕੱਲੇ ਸਿਪਾਹੀ ਵਾਸਤੇ ਕੋਈ ਥਾਂ ਨਹੀਂ ਜੀ। ਸੰਤ ਤੇ ਸਿਪਾਹੀ ਦਾ ਸੰਕਲਪ ਜਦੋਂ ਅਸੀਂ ਲੈ ਕੇ ਤੁਰਾਂਗੇ ਜੀ ਤਾਂ ਸਾਨੂੰ ਮੇਰਾ ਖਿਆਲ ਆ ਵੀ ਸਮਝਣ ਦੇ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ। ਨਿਰਾਪੁਰਾ ਅਧਿਆਤਮਵਾਦ ਇਹ ਸਿੱਖ ਧਰਮ ਤੋਂ ਪਹਿਲਾਂ ਵੀ ਮੌਜੂਦ ਸੀ, ਜਿਹਦੇ ਵਿੱਚ ਕੋਈ ਸ਼ੱਕ ਨਹੀਂ, ਠੀਕ, ਪਰ ਜ਼ਾਲਮ ਦੇ ਨਾਲ ਜੂਝਣ ਲਈ ਸ਼ਕਤੀ ਜ਼ਰੂਰੀ ਹੈ। ਬਿਲਕੁਲ, ਸ਼ਕਤੀ ਨੂੰ ਅੱਗੇ ਲਿਆਉਣਾ, ਉਹਨੂੰ ਪ੍ਰਚਾਰਨਾ, ਉਹਦੇ ਸਿਧਾਂਤਾਂ ਤੇ ਖੜਨਾ। ਪਰ ਇਹਦੇ ਵਿੱਚ ਇੱਕ ਸ਼ਰਤ ਜ਼ਰੂਰੀ ਇਹ ਸੀ, ਸ਼ਕਤੀ ਤੋਂ ਪਹਿਲਾਂ ਅਧਿਆਤਮਵਾਦ ਉਹ ਬੰਦੇ 'ਚ ਹੋਵੇ, ਠੀਕ, ਭਗਤੀ ਹੋਵੇ। ਜੇ ਭਗਤੀ ਨਹੀਂ ਆ, ਨਿਰੀਪੁਰੀ ਸ਼ਕਤੀ ਆ, ਬਿਲਕੁਲ ਗਲਤ ਹੈ। ਇਹਦਾ ਸਿੱਖੀਜ਼ਮ ਨਾਲ ਕੋਈ ਮਤਲਬ ਨਹੀਂ ਹੈ। ਉਹ ਜਿਹੜਾ ਬੰਦਾ ਭਗਤ ਹੈ ਉਹ ਸ਼ਕਤੀ ਦਾ ਦੁਰਉਪਯੋਗ ਕਰ ਵੀ ਨਹੀਂ ਸਕਦਾ, ਠੀਕ, ਸ਼ਕਤੀ ਦਾ ਸਹੀ ਉਪਯੋਗ ਭਗਤ ਹੀ ਕਰ ਸਕਦਾ ਹੈ। ਇਸ ਕਰਕੇ ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਕੀਤਾ ਹੈ ਜੀ। ਪੰਜਵੇਂ ਗੁਰੂ ਸਾਹਿਬਾਨ ਤੱਕ ਮੇਰਾ ਖਿਆਲ ਆ ਵੀ ਨਿਰਮਾਣਤਾ ਦਾ, ਭਗਤੀ ਦਾ ਉਹ ਅੰਤ ਸੀ ਜੀ। ਪਰ ਉਹਨਾਂ ਦਾ ਹਸ਼ਰ ਕੀ ਹੋਇਆ ਇਹਨੂੰ ਕੌਣ ਬੰਦਾ ਨਹੀਂ ਜਾਣਦਾ ਜੀ। ਖਾਸ ਕਰਕੇ ਸਿੱਖਾਂ ਨੂੰ ਤਾਂ ਸਮਝਣਾ ਚਾਹੀਦਾ। ਪਰ 6ਵੇਂ ਗੁਰੂ ਤੋਂ ਬਾਅਦ ਜੋ ਕੂਣੀ ਮੋੜ ਆਇਆ ਜੀ, ਉਹ ਜਿਹੜੇ ਭਾਈ ਗੁਰਦਾਸ ਜੀ ਪਹਿਲੇ ਆ, ਭਾਈ ਗੁਰਦਾਸ ਜੀ ਭੱਲਾ, ਜਿਨ੍ਹਾਂ ਦੀਆਂ 40 ਵਾਰਾਂ ਜੀ, ਉਹਦੇ ਵਿੱਚ ਉਹਨਾਂ ਨੇ ਇੱਕ ਪੌੜੀ ਸਪੈਸ਼ਲੀ ਖਾਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਲਿਖੀ ਹੈ ਕਿ ਉਦੋਂ ਦੀ ਜਿਹੜੀ ਲੁਕਾਈ ਸੀ ਉਹ ਬੜੀ ਹੈਰਾਨ ਹੁੰਦੀ ਸੀ ਇਸ ਗੱਲ ਵੀ ਪਹਿਲਾਂ ਗੁਰੂ ਸਾਹਿਬਾਨ ਹੁੰਦੇ ਸੀ, ਉਹ ਮੰਜੀ ਤੇ ਬਹਿੰਦੇ ਸੀ, ਗੁਰੂ ਉਪਦੇਸ਼ ਦਿੰਦੇ ਸੀ, ਉਹ ਰੱਬ ਦਾ ਨਾਂ ਲੈਂਦੇ ਸੀ। ਇਹਨਾਂ ਨੂੰ ਕੀ ਹੋ ਗਿਆ? ਇਹ ਸ਼ਿਕਾਰੀ ਕੁੱਤੇ ਲਈ ਫਿਰਦੇ ਆ, ਇਹਨਾਂ ਨੇ ਫੌਜਾਂ ਰੱਖੀਆਂ, ਇਹਨਾਂ ਨੇ ਐਂ ਕੀਤਾ, ਇਹਨਾਂ ਨੇ ਜਿਉਂ ਕੀਤਾ। ਹੁਣ ਦੇਖੋ ਜੀ, ਬਹਾਦਰੀ ਵਾਸਤੇ, ਜ਼ੁਲਮ ਨਾਲ ਟੱਕਰ ਲੈਣ ਵਾਸਤੇ ਤੁਹਾਡੀ ਮਾਲਾ ਨਹੀਂ ਕੰਮ ਆਉਣੀ। ਮਾਲਾ ਦੇ ਵਿੱਚੋਂ ਜਿਹੜੀ ਤਲਵਾਰ ਪੈਦਾ ਹੁੰਦੀ ਹੈ ਉਹ ਜ਼ਾਲਮ ਦਾ ਮੁਕਾਬਲਾ ਕਰਦੀ ਹੈ, ਠੀਕ। ਸੋ ਇਹਦੇ ਵਾਸਤੇ ਇਹ ਜਿਹੜਾ ਕਨਸੈਪਟ ਲਿਆਂਦਾ ਗਿਆ, ਮੀਰੀ ਪੀਰੀ ਦਾ ਕਨਸੈਪਟ, ਇਸ ਤੋਂ ਅਸੀਂ ਸਾਰੇ ਜਾਣੂ ਹੈਗੇ ਹਾਂ। ਸੋ ਮੇਰਾ ਉਹੀ ਸਵਾਲ ਕਿ ਤੁਸੀਂ ਕੀ ਸਮਝਦੇ ਹੋ ਕਿ ਅੱਜ ਜਿਹੜਾ ਇਹ ਚੀਜ਼ਾਂ ਨੂੰ ਹੁਣ ਪ੍ਰਚਾਰਿਆ ਜਾ ਰਿਹਾ, ਜਿਸ ਤਰ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਲਈ ਤੁਸੀਂ ਸਪਸ਼ਟੀਕਰਨ ਦੇਣ ਲਈ ਅੱਜ ਇੱਥੇ ਆਏ ਹੋ, ਕੀ ਇਹਦੇ ਪਿੱਛੇ ਕਾਰਨ ਹੋ ਸਕਦਾ ਤੇ ਕਿਉਂ ਇਹ ਕੀਤਾ ਜਾ ਰਿਹਾ? ਸਾਨੂੰ ਤਾਂ ਜੀ ਸਹੀ ਪੁੱਛਦੇ ਆ। ਜੇ ਕੋਈ ਬੰਦਾ ਫੁੱਟ ਪਾਉਣ ਦੀ ਗੱਲ ਕਰਦਾ, ਅਸੀਂ ਨਹੀਂ ਚਾਹੁੰਦੇ ਸਾਡੀ ਕੋਈ ਗੱਲ ਮੰਨੇ। ਜਿਹੜੀ ਅੱਜ ਅਸੀਂ ਇੰਟਰਵਿਊ ਕਰ ਰਹੇ ਹਾਂ, ਅਸੀਂ ਕੌਣ ਹੁੰਦੇ ਹਾਂ ਜੀ? ਪਰ ਅਸੀਂ ਜਦੋਂ ਪੰਥ ਦੀ ਅਧੀਨਗੀ ਪ੍ਰਵਾਨ ਕਰਕੇ ਗੁਰੂ ਦੇ ਸਿੱਖ ਹੋਣ ਦੇ ਨਾਤੇ ਨਿਰਪੱਖ ਹੋ ਕੇ ਆਪਣਾ ਔਰ ਸਮਾਜ ਦਾ ਜੀਵਨ ਸਵਾਰਨ ਵਾਸਤੇ ਕੁਝ ਕਰਾਂਗੇ ਤਾਂ ਮੇਰਾ ਖਿਆਲ ਉਹ 'ਚ ਦਫਾੜ ਪੈਣ ਦੀ ਕੋਈ ਜ਼ਰੂਰਤ ਨਹੀਂ ਸਮਝੀ ਜਾਂਦੀ, ਤੇ ਨਾ ਇਹਦੇ ਨਾਲ ਪੈਂਦਾ ਹੀ ਹੈ। ਪਰ ਜਦੋਂ ਇੱਕ ਆਮ ਬੰਦੇ ਦੀ, ਦੇਖੋ ਧਰਮ ਸ਼ਰਧਾ ਦੇ ਉੱਤੇ ਖੜਾ ਹੈ ਜੀ, ਸ਼ਰਧਾ, ਭਾਵਨਾ, ਆਸਥਾ, ਨਿਸ਼ਚਾ, ਔਰ ਜੇ ਨਿਸ਼ਚੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ। ਮਾਨੋ ਤੋਂ ਪਾਥਰ, ਨਾ ਮਾਨੋ ਤੋਂ ਠੀਕ, ਦੂਸਰੇ ਪਾਸੇ ਹੋ ਜਾਂਦੀ ਗੱਲ। ਪਰ ਨਾਲ ਹੀ ਕਿ ਸ਼ਰਧਾ ਦੇ ਨਾਲ ਤੁਸੀਂ ਜਿਹੜਾ ਕਿ ਬਾਰ-ਬਾਰ ਜਿਹੜਾ ਸਪੈਸੀਫਾਈ ਕੀਤਾ ਗਿਆ ਹੈ ਗੁਰਬਾਣੀ 'ਚ ਕਿ ਵਿਚਾਰ ਜ਼ਰੂਰ ਕਰੋ ਗੁਰਬਾਣੀ ਨੂੰ, ਤੇ ਉਸ ਤੋਂ ਬਾਅਦ ਆਪਣੇ ਜੀਵਨ ਵਿੱਚ ਢਾਲੋ, ਕਿਉਂਕਿ ਅਸਲ ਮਕਸਦ ਤਾਂ ਇਹੀ ਹੈ ਗੁਰਬਾਣੀ ਦਾ ਕਿ ਅਸੀਂ ਇਹ ਸਿਰਫ ਸੁਣਨ ਤੱਕ ਸੀਮਤ ਨਾ ਕਰ ਦਈਏ ਜਾਂ ਵਿਚਾਰਨ ਤੱਕ, ਉਸ ਨੂੰ ਅਸੀਂ ਗ੍ਰਹਿਣ ਵੀ ਕਰੀਏ। ਹੁਣ ਜਿਹੜੇ ਦੋ ਵਰਗ ਬਣ ਗਏ, ਇੱਕ ਸਿਰਫ ਸ਼ਰਧਾ ਦੇ ਉੱਤੇ ਟਿਕ ਗਿਆ, ਇੱਕ ਸਿਰਫ ਵਿਚਾਰ 'ਤੇ ਟਿਕ ਗਿਆ, ਇਹਦੇ ਨਾਲ ਤਾਂ ਹੋਰ ਸੋਲਿਊਸ਼ਨਸ ਦੇ ਬਜਾਏ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ। ਇਹਦੇ ਬਾਰੇ 10ਵੇਂ ਪਾਤਸ਼ਾਹ ਜੀ, 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਨਾ, ਉਹਦੇ ਵਿੱਚ ਇੱਕ ਸ਼ੇਰ ਲਿਖਿਆ ਸੀ, ਮੈਂ ਹੂਬਹੂ ਤਾਂ ਨਹੀਂ ਦੱਸ ਸਕਦਾ, ਪਰ ਉਹਦਾ ਸਾਰ ਇਹੀ ਨਿਕਲਦਾ ਕਿ ਜਿਹੜਾ ਮੂੰਹੋਂ ਕੁਛ ਹੋਰ ਕਵੇ ਤੇ ਦਿਲ 'ਚ ਕੁਛ ਹੋਰ ਹੋਵੇ, ਮੈਂ ਉਹਨੂੰ ਬੰਦਾ ਨਹੀਂ ਕਰਦਾ। ਹੁਣ ਦੱਸੋ ਇਦੋਂ ਵੱਡੀ ਮਿਸਾਲ ਹੋਰ ਕੀ ਦਿੱਤੀ ਜਾ ਸਕਦੀ ਹੈ? ਪਰ ਜੇ ਅਸੀਂ ਅਖੌਤੀ ਸਿੱਖ ਹੋ ਕੇ ਉੱਤੋਂ ਕੁਛ ਹੋਰ, ਵਿੱਚੋਂ ਕੁਛ ਹੋਰ, ਆਪਦੇ ਪਰਸਨਲ ਮੁਨਾਫਿਆਂ ਦੀ ਖਾਤਰ, ਔਰ ਖਾਸ ਕਰਕੇ ਧਰਮ ਨੂੰ ਢਾਹ ਲਾਉਣੀ, ਇੱਕ ਧਰਮ ਨੂੰ ਨਹੀਂ ਸਾਰੇ ਧਰਮਾਂ ਨੂੰ, ਇਹ ਕੋਈ ਚੰਗੀ ਗੱਲ ਨਹੀਂ। ਔਰ ਸਾਡਾ ਧਰਮ ਜੀਵਨ ਜੁਗਤ ਸਿਖਾਉਂਦਾ, ਜੀਵਨ ਦਾ ਧਰਮ ਹੈ, ਇਹ ਕੋਈ ਮਰਿਆਂ ਦਾ ਧਰਮ ਨਹੀਂ ਹੈ। ਕਿਸੇ ਦੀ ਕੋਈ ਫੁੱਟ ਪਾਉਣ ਦੀ ਗੱਲ ਨਹੀਂ, ਕਿਸੇ ਨੂੰ ਹੇਟ ਕਰਨ ਦੀ ਕੋਈ ਗੱਲ ਨਹੀਂ। ਰਾਈਟ, ਧੰਨਵਾਦ ਜੀ ਇੱਥੇ ਆ ਕੇ ਤੁਸੀਂ ਜਿਹੜਾ ਸਪਸ਼ਟੀਕਰਨ ਦਿੱਤਾ, ਜਿਹੜਾ ਤੁਸੀਂ ਮਹਿਸੂਸ ਕੀਤਾ ਕਿ ਇਹ ਚੀਜ਼ ਸਹੀ ਨਹੀਂ ਹੋਈ। ਜੀ ਆਇਆਂ ਨੂੰ ਧੰਨਵਾਦ ਤੁਹਾਡਾ ਇੱਥੇ ਆ ਕੇ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵਿਸ਼ੇ ਤੇ ਅਸੀਂ ਸਾਂਝ ਪਾਈ ਜੀ, ਇਸ ਦਾ ਮੈਂ ਦੁਬਾਰਾ ਤੋਂ ਜਿਹੜੇ ਸਰੋਤਿਆਂ ਨੇ ਸ਼ਾਇਦ ਟੈਲੀਵਿਜ਼ਨ ਸਟੇਸ਼ਨ ਦੇ ਵਿੱਚ ਟਿਊਨ ਇਨ ਲੇਟ ਔਨ ਕੀਤਾ,
ਉਹਨਾਂ ਨੂੰ ਜਾਣਕਾਰੀ ਦੱਸ ਦਈਏ ਕਿ ਪ੍ਰੋਫੈਸਰ ਦਰਸ਼ਨ ਸਿੰਘ ਇੱਥੇ ਆਏ ਸਨ ਇਸ ਸਟੂਡੀਓ ਦੇ ਵਿੱਚ ਤੇ ਉਹਨਾਂ ਨੇ ਕੁਝ ਚੀਜ਼ਾਂ ਦੇ ਉੱਤੇ ਕਿੰਤੂ ਪਰੰਤੂ ਕੀਤਾ ਸੀ। ਉਸ ਦਾ ਸਪਸ਼ਟੀਕਰਨ ਖਾਸ ਤੌਰ 'ਤੇ 41ਵੀਂ ਵਾਰ ਜਿਹੜੀ ਹੈਗੀ ਹੈ ਅਤੇ ਨਾਲ ਸਿੱਖ ਰਹਿਤ ਮਰਿਆਦਾ ਵਿੱਚ ਕੁਝ ਚੇਂਜਸ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ, ਉਸ ਬਾਰੇ ਸਤਵਿੰਦਰਪਾਲ ਸਿੰਘ ਜੰਗੀ ਅਤੇ ਅਮਰਜੀਤ ਸਿੰਘ ਖੋਸਾ ਜੀ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਦੋਨੋਂ ਪੱਖ ਤੁਹਾਡੇ ਸਾਹਮਣੇ ਨੇ। ਅਸੀਂ ਸਾਰੇ ਸਿੱਖ ਹਾਂ, ਗੁਰੂ ਦੇ ਸਿੱਖ, ਤੇ ਗੁਰੂ ਨੇ ਸਾਨੂੰ ਇੱਕ ਹਦਾਇਤ ਕੀਤੀ ਸੀ ਕਿ ਵਿਵੇਕ ਬੁੱਧੀ, ਜਿਹੜਾ ਸਾਨੂੰ ਇਹ ਬੁੱਧੀ ਦਿੱਤੀ ਗਈ ਹੈ, ਇਸ ਦੀ ਅਸੀਂ ਵਰਤੋਂ ਕਰੀਏ, ਨਾ ਹੀ ਸਿਰਫ ਸ਼ਰਧਾ ਅੰਨੀ ਸ਼ਰਧਾ 'ਚ ਫਸ ਜਾਈਏ ਤੇ ਨਾ ਹੀ ਸਿਰਫ ਵਿਚਾਰ ਗੋਸ਼ਟੀ ਤੱਕ ਰਹਿ ਜਾਈਏ। ਜੇਕਰ ਇਹ ਚੀਜ਼ਾਂ ਨੂੰ ਅਸੀਂ ਆਪਣੇ ਜੀਵਨ ਤੇ ਲਾਗੂ ਨਹੀਂ ਕਰਦੇ ਕਿ ਜੋ ਸੁਣਿਆ ਅਤੇ ਜੋ ਵਿਚਾਰਿਆ ਉਸ ਨੂੰ ਆਪਣੇ ਜੀਵਨ ਵਿੱਚ ਉਹ ਰਿਫਲੈਕਟ ਨਹੀਂ ਹੁੰਦਾ, ਤਾਂ ਸ਼ਾਇਦ ਅਸੀਂ ਗੁਰੂ ਦੇ ਦੇਣਦਾਰ ਹੋਵਾਂਗੇ। ਗੁਰੂਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਾਡੇ ਪੰਥ ਵਾਸਤੇ। ਮਕਸਦ ਇਹੀ ਸੀ ਕਿ ਅਸੀਂ ਚੰਗੇ ਸਿੱਖ ਬਣ ਕੇ ਇਨਸਾਨੀ ਦੀ ਸੇਵਾ ਕਰ ਸਕੀਏ। ਸੋ ਇਹ ਜਿਹੜੇ ਡਿਫਰੈਂਸਿਸ ਆਫ ਓਪੀਨੀਅਨ ਨੇ ਬਿਲਕੁਲ ਹੋਣੇ ਚਾਹੀਦੇ ਨੇ, ਲੇਕਿਨ ਇਸ ਦਾ ਐਂਡ ਰਿਜ਼ਲਟ ਇਹੀ ਹੈ ਕਿ ਇਸ ਵਿੱਚੋਂ ਕੁਝ ਸਿੱਖ ਕੇ ਗ੍ਰਹਿਣ ਕਰਕੇ ਤੁਸੀਂ ਫੈਸਲਾ ਕਰੋ ਕਿ ਸਹੀ ਕੀ ਹੈ, ਗਲਤ ਕੀ ਹੈ, ਤੇ ਇੱਕ ਸਾਡੇ 'ਚ ਸ਼ਮਤਾ ਹੋਣੀ ਚਾਹੀਦੀ ਹੈ ਕਿ ਜੋ ਸੱਚ ਹੈ ਉਸ ਨਾਲ ਜੁੜ ਕੇ ਅੱਗੇ ਆਈਏ। ਸਭ ਦਾ ਧੰਨਵਾਦ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ। ਕੋਈ ਫੀਡਬੈਕ ਲਈ 604 603 7555 ਜਾਂ ਫਿਰ ਇਸ ਵਿਸ਼ੇ ਦੇ ਉੱਤੇ ਤੁਸੀਂ ਕੁਝ ਗੱਲਬਾਤ ਕਰਨਾ ਚਾਹੋ, ਕੋਈ ਸਵਾਲ ਹੋਣ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਉਣਾ। ਅਸੀਂ ਆਏ ਹੋਏ ਮਹਿਮਾਨਾਂ ਤੋਂ ਪੁੱਛ ਕੇ ਤੁਹਾਡੇ ਤੱਕ ਜ਼ਰੂਰ ਵਾਪਸ ਆਵਾਂਗੇ। ਸੋ ਕਰਦੇ ਹਾਂ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਲਈ ਅਗੇਨ ਫੋਨ ਨੰਬਰ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਇਸ ਵਾਸਤੇ ਸਾਨੂੰ ਕੋਈ ਸਰਕਾਰੀ ਗ੍ਰਾਂਟ ਨਹੀਂ ਮਿਲਦੀ, ਨਾ ਹੀ ਕੋਈ ਇਸ ਵਾਸਤੇ ਸਾਨੂੰ ਕੋਈ ਸਪੋਰਟ ਮਿਲਦੀ ਹੈ। ਇਹ ਅਸੀਂ ਆਪ ਸਮਾਂ ਖਰੀਦ ਕੇ ਤੁਹਾਡੇ ਤੱਕ ਆਉਂਦੇ ਹਾਂ। ਤੁਹਾਡੇ ਸਹਿਯੋਗ ਦੀ ਮੰਗ ਇਹ ਕਰਨੇ ਆ ਕਿ ਗੁਰਬਾਣੀ ਦਾ ਇਹ ਪ੍ਰੋਗਰਾਮ ਜਿਹੜਾ ਕਿ ਉੱਤਰੀ ਅਮਰੀਕਾ ਵਿੱਚ ਹਰ ਰੋਜ਼ ਤੁਹਾਡੇ ਤੱਕ ਪਹੁੰਚਦਾ ਹੈ, ਉਸ ਵਿੱਚ ਜ਼ਰੂਰ ਸਾਡੇ ਨਾਲ ਸਹਿਯੋਗ ਪਾਓ, ਕਿਉਂਕਿ ਇਹ ਚੰਗੇ ਪ੍ਰੋਗਰਾਮਸ ਪਹੁੰਚਾਉਣ ਤੱਕ ਤੁਹਾਡੇ ਸਹਿਯੋਗ ਕਾਰਨ ਹੀ ਅਸੀਂ ਪਹੁੰਚ ਸਕਨੇ ਹਾਂ। ਸੋ ਇਸ ਦੇ ਉੱਤੇ ਆਸ ਕਰਨਾ ਕਿ ਤੁਸੀਂ ਜ਼ਰੂਰ ਸੋਚੋਗੇ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।